पातशाह जी की पावन बाणी दियां लड़ीवार विचारां निता प्रति आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो चल रहीआं लड़ीवार गुरबाणी विचारां दे नाल सांझ पाइए। विचारां दी आरंभता तो पहलां सतगुरु धन गुरु ग्रंथ साहिब जी किरपा करन, अपना मिहर भरिया हथ सिर ते रखण। सतगुरु जी आप रसना उत्ते वरत के अपनी पावन बाणी अपने शब्द दी विचार आप करवा लैन और आप सरबत संगत बख्शो असीस कोई रसना वांझी ना रहे। दोवें हाथ जोड़ अपनियां मन बिरतियां एकाग्र करदियां लवाओ गुरु चरना विच हाजरी। अदब सहत सरबत संगत मिल करके उचारण करो जी सतनाम श्री वाहे गुरु साहिब जी। एक बार फिर करो रसनावां पवित्र और मिलके आखो जी सतनाम श्री वाहे गुरु साहिब जी। वाहे गुरु साहिब जी। माज महला तीजा। हो वारी जियो वारी आप भगत करन अवरा भगत करावणिया। तिना भगत जना को सद नमस्कार कीजै। जो अन दिन हर गुण गावणिया रहा। जिस पावन शब्द का पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है, ये पावन बचन धन गुरु अमरदास साहिब जी के मुखारबिंद तो उचारण किया होया। माज राग दे अंदर गुरु ग्रंथ साहिब पातशाह जी के पावन अंग 123 और 24 दे ऊपर शोभायमान है। अज दे इन्हां पावन शब्दां पावन बचनां दे राहीं सतगुरु जी ने सब तो पहलां जो रहाऊ दी पंक्ति विच जिक्र कीता, उहदे विच मालक पातशाह जी भगत जनां दा जिक्र कर रहे। एक सतगुरु पातशाह जी का पावन बचन आपां बाणी च पढ़दे हां। साहिब जी उस पावन बचन दे राहीं जिक्र करदे हां आखदे धन 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 जन आया जिस प्रसाद सब जगत तराया। जन आवन का एह सुवाओ जन कै संग चित आवे नाउ। आप मुकत मुक्त करे संसार नानक तिस जन काओ सदा नमस्कार।
ਸਾਹਿਬ ਆਖਰੇ ਕਹਿੰਦੇ ਹਉ ਵਾਰੀ ਜੀਉ ਵਾਰੀ, ਕਹਿੰਦੇ ਮੈਂ ਵਾਰਨੇ ਜਾਣਾ, ਜੀਉ ਜਿੰਦ ਕਰਕੇ ਆਪਣੀ ਜਾਨ ਕੁਰਬਾਨ ਆ ਉਹਦੇ ਤੋਂ, ਆਪ ਭਗਤ ਕਰਨ। ਸਭ ਤੋਂ ਪਹਿਲਾਂ ਆਪ ਭਗਤ ਕਰਨ, ਅਵਰਾਂ ਭਗਤ ਕਰਾਵਣੇ। ਪਹਿਲੋਂ ਆਪ ਕਰਨੀ ਹੈ, ਫਿਰ ਹੋਰਾਂ ਨੂੰ ਕਰਾਉਣੀ। ਹੁਣ ਇੱਥੇ ਖਿਆਲ ਕਰਿਓ, ਦੂਸਰੇ ਨੂੰ ਭਗਤੀ ਕਰਾਉਣੀ ਸੌਖੀ ਹੈ, ਆਸਾਨ ਹੈ। ਆਖਣਾ ਬੜਾ ਸੌਖਾ ਹੈ ਵੀ ਸੱਜਣਾ ਭਗਤੀ ਕਰਿਆ ਕਰ, ਰੱਬ ਦੇ ਚਿੰਤਨ ਵਿੱਚ ਜੁੜਿਆ ਕਰ, ਅਕਾਲ ਪੁਰਖ ਪਰਮੇਸ਼ਵਰ ਦੀ ਯਾਦ ਵਿੱਚ ਜੁੜਿਆ। ਤੇ ਜੇ ਉਹੀ ਕੰਡੀਸ਼ਨ ਆਪਣੇ ਉੱਤੇ ਲਾਗੂ ਹੋਵੇ ਜਾਂ ਆਪਣੇ ਉੱਤੇ ਲਾਗੂ ਕਰੀਏ ਤੇ ਮਨ ਨੂੰ ਸੰਬੋਧਨ ਕਰਕੇ ਪੁੱਛੀਏ ਵੀ ਮਨਾ ਤੂੰ ਭਗਤੀ ਵਿੱਚ ਜੁੜਿਆ? ਜਿਵੇਂ ਸੰਸਾਰਕ ਤੌਰ ਤੇ ਆਪਾਂ ਵਿਚਰਦੇ ਹਾਂ, ਸਿੱਖਿਆ ਦੇਣੀ ਬਹੁਤ ਸੌਖੀ ਹੈ, ਪਰ ਚੇਤਾ ਰੱਖੀਏ ਜਿੰਨੀ ਸਿੱਖਿਆ ਦੇਣੀ ਸੌਖੀ ਹੈ, ਸਿੱਖਿਆ ਨੂੰ ਕਮਾਉਣਾ ਓਨਾ ਹੀ ਔਖਾ ਹੈ। ਸਿਖਾ ਦੇਣਾ ਬੜਾ ਆਸਾਨ ਹੈ, ਉਪਦੇਸ਼ ਦੇ ਦੇਣਾ ਬੜਾ ਸੌਖਾ ਹੈ। ਕਿਸੇ ਵੀ ਵੇ ਤੋਂ, ਕਿਸੇ ਵੀ ਪੱਖ ਤੋਂ ਆਪਾਂ ਜ਼ਿਕਰ ਕਰਾਂਗੇ ਤੇ ਦੂਜੇ ਨੂੰ ਸਮਝਾਉਣਾ ਸੌਖਾ ਹੈ, ਤੇ ਜਿਹੜੀ ਬਾਤ ਅਸੀਂ ਸਮਝਾ ਰਹੇ ਹਾਂ ਉਸੇ ਬਾਤ ਨੂੰ ਆਪਣੀ ਜ਼ਿੰਦਗੀ 'ਚ ਸਮਝਣਾ ਉਨਾ ਹੀ ਔਖਾ ਹੈ ਜਿੰਨਾ ਦੂਜੇ ਨੂੰ ਸਮਝਾਉਣਾ ਸੌਖਾ ਹੈ। ਸਤਿਗੁਰੂ ਜੀ ਨੇ ਅੱਜ ਜ਼ਿਕਰ ਪਹਿਲੋਂ ਕਹਿੰਦੇ ਮੈਂ ਕੁਰਬਾਨ ਜਾਨਾ ਭਾਈ, ਮੁਬਾਰਕ ਬਾਤ ਹੈ, ਪਰ ਉਹਨਾਂ ਤੋਂ ਕੁਰਬਾਨ ਜਾਨਾ ਆ ਜਿਹੜੇ ਪਹਿਲੋਂ ਆਪ ਭਗਤੀ ਕਰਦੇ ਨੇ। ਜਿਵੇਂ ਆਪਾਂ ਸਾਹਿਬ ਜੀ ਕਾ ਪਾਵਨ ਬਚਨ ਪੜ੍ਹਦੇ ਹਾਂ ਨਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ। ਪਹਿਲੋਂ ਆਪਣੀ ਬਾਤ, ਅਵਰਹ ਨਾਮ ਜਪਾਵਣੇ ਆ, ਫਿਰ ਦੂਜਿਆਂ ਨੂੰ ਜਪਾਵੇ। ਪਹਿਲੋਂ ਆਪ ਜਪਣਾ, ਮੁੜ ਕੇ ਦੂਜਿਆਂ ਨੂੰ ਜਪਾਉਣਾ। ਪਹਿਲੋਂ ਆਪ ਧਿਆਉਣਾ ਹੈ, ਫਿਰ ਦੂਜਿਆਂ ਨੂੰ ਧਿਆਵਣ ਵਾਸਤੇ ਆਖਣਾ। ਪਹਿਲੋਂ ਆਪ ਭਗਤੀ ਕਰਨੀ ਹੈ, ਫਿਰ ਦੂਜਿਆਂ ਨੂੰ ਭਗਤੀ ਵਿੱਚ ਜੋੜਨਾ ਹੈ। ਉਹਦੇ ਤੋਂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਮੈਂ ਕੁਰਬਾਨ ਜਾਣਾ। ਹੁਣ ਜਦੋਂ ਆਪਾਂ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਭਗਤ ਸਾਹਿਬਾਨ 15 ਭਗਤ ਸਾਹਿਬਾਨਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਔਰ ਉਹਨਾਂ 15 ਦੇ 15 ਭਗਤ ਸਾਹਿਬਾਨਾਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਨੂੰ, ਭਗਤ ਰਵਿਦਾਸ ਜੀ ਨੂੰ, ਭਗਤ ਨਾਮਦੇਵ ਜੀ ਨੂੰ, ਭਗਤ ਤ੍ਰਿਲੋਚਨ ਜੀ ਨੂੰ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਪੀਪਾ ਜੀ, ਭਗਤ ਸਦਨਾ ਜੀ, ਕਿਸੇ ਵੀ ਭਗਤ ਸਾਹਿਬ ਦੀ ਬਾਣੀ ਪੜ੍ਹੋ ਤੇ ਉਹਨਾਂ ਨੇ ਨਾ ਕਿਸੇ ਨੂੰ ਸੰਬੋਧਨ ਕਰਕੇ ਨਹੀਂ ਕਿਹਾ ਕੁਝ ਵੀ, ਪਹਿਲੋਂ ਆਪਣੇ ਆਪ ਨੂੰ ਸੰਬੋਧਨ ਕਰਦੇ। ਜਿਵੇਂ ਬਾਬਾ ਕਬੀਰ ਸਾਹਿਬ ਜੀ ਦਾ ਸ਼ਲੋਕ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦੇ ਨੇ, ਤੇ ਬਾਬਾ ਕਬੀਰ ਸਾਹਿਬ ਜੀ ਬੜਾ ਪਿਆਰਾ ਜ਼ਿਕਰ ਕਰਦੇ, ਤੇ ਉਹ ਪਹਿਲੋਂ ਸਭ ਤੋਂ ਪਹਿਲੋਂ ਜਦੋਂ ਆਰੰਭ ਕਰਦੇ, ਸ਼ਲੋਕਾਂ ਦੀ ਆਰੰਭਤਾ ਆਪਾਂ ਕਰਦੇ ਹਾਂ, ਤੇ ਬਾਬਾ ਜੀ ਆਖਦੇ, ਕਬੀਰ ਮੇਰੀ ਸਿਮਰਨੀ, ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਹੁਣ ਇਹ ਤੋਂ ਅਗਲਾ ਸ਼ਲੋਕ, ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ। ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕਉ ਜਿਹ ਜਪਿਓ ਸਿਰਜਣਹਾਰ। ਕਹਿੰਦੇ ਮੇਰੀ ਲੋਕ ਭਾਵੇਂ ਜਾਤ ਨੂੰ ਵੇਖ ਕੇ ਹੱਸਦੇ ਨੇ, ਕੋਈ ਗੱਲ ਨਹੀਂ ਕਹਿੰਦੇ, ਪਰ ਮੈਂ ਆਪਣੀ ਜਾਤ ਤੋਂ ਕੁਰਬਾਨ ਜਾਣਾ। ਤੇ ਮੇਰੇ ਕੁਰਬਾਨ ਜਾਣ ਦਾ ਕਾਰਨ ਕੀ ਹੈ?
ਜਿਹ ਜਪਿਓ ਸਿਰਜਣਹਾਰ। ਵੀ ਜਿਸ ਜ਼ਾਤ ਵਿੱਚ ਆ ਕੇ ਮੈਂ ਸਿਰਜਣਹਾਰ ਚੇਤੇ ਕੀਤਾ, ਉਸ ਅਕਾਲ ਨੂੰ ਚੇਤੇ ਕੀਤਾ, ਜਾਂ ਅਕਾਲ ਹਿਰਦੇ ਵਿੱਚ ਆ ਵਸੇ ਨੇ, ਕਹਿੰਦੇ ਮੈਂ ਆਪਣੀ ਜ਼ਾਤ ਤੋਂ ਕੁਰਬਾਨ ਜਾਣਾ, ਬਲਿਹਾਰ ਨੇ ਜਾਣਾ। ਇਸੇ ਤਰ੍ਹਾਂ ਜਦੋਂ ਆਪਾਂ ਬਾਕੀ ਭਗਤ ਸਾਹਿਬਾਨ ਨੂੰ ਪੜਾਂਗੇ ਨਾ, ਤੇ ਭਗਤ ਸਾਹਿਬਾਨਾਂ ਨੇ ਸਭ ਤੋਂ ਪਹਿਲਾਂ ਆਪਣੀ, ਜਿਵੇਂ ਭਗਤ ਰਵਿਦਾਸ ਜੀ ਨੂੰ ਆਪਾਂ ਪੜ੍ਹਦੇ ਹਾਂ ਤੇ ਉਹ ਕਹਿੰਦੇ, ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਆਪਾਂ ਜਦੋਂ ਆਪਣੇ ਪ੍ਰੇਮ ਦੀ, ਆਪਣੀ ਪ੍ਰੀਤ ਦੀ ਬਾਤ ਕਰਦੇ ਹਾਂ ਤੇ ਮੈਨੂੰ ਇਉਂ ਮਹਿਸੂਸ ਹੁੰਦਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਅਹੈ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ, ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀਜੈ ਜਨ ਤੇ ਸੁਆਮੀ, ਸਰੀਰ ਅਰਾਧ ਹੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੈ ਕੋ। ਫਿਰ ਇੱਕ ਸ਼ਬਦ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੇਹ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਹਦੀ ਸੰਪੂਰਨਤਾ ਤੇ ਜਾ ਕੇ ਆਖਦੇ ਭਗਤ ਰਵਿਦਾਸ ਜੀ, ਕਹਿੰਦੇ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ, ਜਿਹੜਾ ਮੇਰੇ ਸ਼ਹਿਰ ਵਿੱਚ ਰਹਿੰਦਾ ਭਾਈ ਉਹੀ ਮੇਰਾ ਮਿੱਤਰ ਹੈ, ਮੈਂ ਉਹਦੇ ਨਾਲ ਹੀ ਆਪਣੀ ਮਿੱਤਰਤਾ ਬਣਾਈ। ਜਾਂ ਬਾਬਾ ਕਬੀਰ ਸਾਹਿਬ ਨੂੰ ਪੜ੍ਹੋ, ਜਦੋਂ ਉਹ ਜ਼ਿਕਰ ਕਰਦੇ ਤੇ ਉਹ ਆਖਦੇ ਵੀ ਜਿਹੜਾ ਆਪਣੇ ਆਪੇ ਜਿਉਂਦੇ ਜੀ ਮਰ ਲੈਂਦਾ ਹੈ, ਜਿਉਂਦੇ ਜੀ ਆਪਣਾ ਆਪਾ ਪਹਿਚਾਣ ਲੈਂਦਾ ਹੈ, ਆਪਣੇ ਅਸਲ ਸਰੂਪ ਨਿਜ ਸਰੂਪ ਨੂੰ ਜਾਣਦਾ ਹੋਇਆ ਆਪਣੇ ਅਹੰਕਾਰ ਨੂੰ, ਆਪਣੀ ਹੰਤਾ ਨੂੰ ਤਿਆਗ ਦਿੰਦਾ ਹੈ, ਕਹਿੰਦੇ ਮੇਰੀ ਮਿੱਤਰਤਾ ਉਸੇ ਨਾਲ ਹੀ ਹੈ, ਕਿਸੇ ਦੂਜੇ ਨਾਲ ਮੇਰੀ ਮਿੱਤਰਤਾ ਨਹੀਂ। ਜਾਂ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਣਾ ਹਾਂ, ਉਹਦੇ ਤੋਂ ਬਲਿਹਾਰ ਨਹੀਂ ਜਾਣਾ, ਜਿਹਦੇ ਕੋਲ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਤੇ ਉਹਦੀ ਯਾਦ ਹੈ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ, ਸੁਪਨੈ ਹੋਂ ਬਰੜਾਏ ਕਹਿ, ਜਿਹ ਮੁਖ ਨਿਕਸੈ ਰਾਮ, ਤਾਕੈ ਪਗ ਕੀ ਪਨ ਹੀ ਮੇਰੇ ਤਨ ਕੋ ਚਾਨ। ਰੱਬ ਦੀ ਭਗਤੀ ਦਾ ਜੋ ਅਦਬ ਹੈ, ਰੱਬ ਜੀ ਕੀ ਚਿੰਤਨ ਦਾ ਜੋ ਸਤਿਕਾਰ ਹੈ, ਉਸੇ ਤਰ੍ਹਾਂ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਵੀ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਹੜੇ ਪਹਿਲੋਂ ਆਪ ਭਗਤੀ ਕਰਦੇ ਨੇ, ਪਹਿਲੋਂ ਆਪ ਫਿਰ ਦੂਜਿਆਂ ਨੂੰ। ਕਿਉਂਕਿ ਸੰਸਾਰ ਵਿੱਚ ਇਹ ਝੂਠ ਨਹੀਂ, ਦੋ ਰਾਵਾਂ ਨਹੀਂ, ਦੂਸਰੇ ਨੂੰ ਸਮਝਾਉਣਾ ਬੜਾ ਸੌਖਾ ਔਰ ਆਸਾਨ ਹੈ, ਦੂਜੇ ਨੂੰ ਭਗਤੀ ਵਿੱਚ ਜੋੜਨ ਲਈ ਲਫ਼ਜ਼ ਵਰਤ ਲੈਣੇ ਬੜੇ ਸੌਖੇ ਨੇ। ਦੂਸਰੇ ਨੂੰ ਆਖੀ ਜਾਣਾ, ਰੱਬ ਨੂੰ ਚੇਤੇ ਕਰਨਾ, ਰੱਬ ਤੇ ਭਰੋਸਾ ਰੱਖਣਾ, ਰੱਬ ਤੇ ਵਿਸ਼ਵਾਸ ਕਰਨਾ, ਰੱਬ ਦੇ ਹੁਕਮ ਨੂੰ ਸਿਰ ਮੱਥੇ ਕਰਕੇ ਮੰਨਣਾ, ਇਹ ਸਾਰੀਆਂ ਚੀਜ਼ਾਂ ਬੜੀਆਂ ਆਸਾਨ ਨੇ। ਪਰ ਜਦੋਂ ਇਹੀ ਸਾਰਾ ਕੁਝ ਆਪਣੇ ਜੀਵਨ ਵਿੱਚ ਸਭ ਤੋਂ ਵੱਡੀ ਗੱਲ ਜੇ ਆਪਾਂ ਕਰੀਏ ਤੇ ਬੜਾ ਸੌਖਾ ਇਹ ਗੱਲ ਕਹਿਣੀ ਜੀ ਸਾਨੂੰ ਰੱਬ ਦੇ ਹੁਕਮ ਵਿੱਚ ਰਾਜੀ ਰਹਿਣਾ ਚਾਹੀਦਾ, ਬੜਾ ਸੌਖਾ ਹੈ। ਕਿੱਡੀ ਆਸਾਨੀ ਨਾਲ ਅਸੀਂ ਦੂਜੇ ਨੂੰ ਜਾ ਕੇ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਭਾਈ, ਰੱਬ ਅੱਗੇ ਕਿਹਦਾ ਜ਼ੋਰ ਹੈ, ਸਾਨੂੰ ਉਹਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ ਤੇ ਪਾਲਣਾ ਕਰਨੀ ਹੀ ਪੈਣੀ। ਕਿੱਡਾ ਸੌਖਾ, ਕਿੱਡੇ ਸਹਿਜ ਸੁਭਾਅ ਜਾ ਕੇ ਅਸੀਂ ਕਿਸੇ ਨੂੰ ਕਹਿਤਾ। ਪਰ ਜੇ ਉਹੀ ਚੀਜ਼ ਹੁਣ ਸਾਨੂੰ ਆਪਣੇ ਜੀਵਨ 'ਚ ਅਪਣਾਉਣੀ ਪਵੇ, ਕਿਉਂਕਿ ਬਾਬਾ ਕਬੀਰ ਸਾਹਿਬ ਕਹਿੰਦੇ ਨਾ, ਪੜੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਜਿਹੜਾ ਕੁਛ ਤੇਰੇ ਪੜੋਸੀ ਦੇ ਘਰ 'ਚ ਹੋ ਰਿਹਾ, ਤੂੰ ਇਹ ਨਾ ਸੋਚ ਵੀ ਉਹ ਤੇਰੇ ਘਰ 'ਚ ਨਹੀਂ ਹੋਣਾ, ਉਹ ਤੇਰੇ ਘਰ ਵਿੱਚ ਵੀ ਹੋਣਾ। ਤੇ ਪੜੋਸੀ ਨੂੰ ਜਾ ਕੇ ਇਹ ਗੱਲ ਕਹਿਣੀ ਬੜੀ ਸੌਖੀ ਹੈ ਜੀ, ਰੱਬ ਦਾ ਹੁਕਮ ਹੈ। ਤੇ ਜਿੱਦਣ ਆਪਣੇ ਘਰ ਵਿੱਚ ਬੀਤੇ ਉਦਣ ਇਹ ਗੱਲ ਮੰਨਣੀ ਓਨੀ ਔਖੀ ਹੋ ਜਾਂਦੀ। ਫਿਰ ਜੀਵ ਕੁਰਲਾ ਉੱਠਦਾ, ਤੜਫ ਉੱਠਦਾ ਔਰ ਵਿਲਕ ਉੱਠਦਾ। ਇਸੇ ਤਰ੍ਹਾਂ ਹੀ ਪ੍ਰੇਮਾ ਭਗਤੀ ਪਹਿਲੋਂ ਆਪ, ਜਦੋਂ ਆਪ ਕਰਾਂਗੇ ਤੇ ਦੂਜੇ ਨੂੰ ਕਰਵਾਉਣ ਦਾ, ਫਿਰ ਸਾਹਿਬ ਜੀ ਕਹਿੰਦੇ ਜਿਹੜਾ ਦੂਜੇ ਨੂੰ ਕਰਵਾਏਗਾ ਮੈਂ ਉਹਦੇ ਤੋਂ ਬਲਿਹਾਰ ਨੇ ਔਰ ਕੁਰਬਾਨ ਜਾਣਾ। ਤੇ ਜਿਨ੍ਹਾਂ ਨੇ, ਫਿਰ ਸਾਹਿਬ ਕਹਿੰਦੇ ਤਿੰਨਾ ਭਗਤ ਜਨਾ ਕਉ ਸਦ ਨਮਸਕਾਰ ਕੀਜੈ, ਉਹਨਾਂ ਭਗਤ ਜਨਾਂ ਨੂੰ ਕਹਿੰਦੇ ਹਮੇਸ਼ਾ ਨਮਸਕਾਰ ਕਰੋ। ਉਹਨਾਂ ਭਗਤ ਜਨਾਂ ਅੱਗੇ ਹਮੇਸ਼ਾ ਨਮਸਕਾਰ ਹੈ ਜੋ ਅਨ ਦਿਨ ਹਰ ਗੁਣ ਗਾਵਣਿਆ, ਜਿਹੜੇ ਦਿਨ ਰਾਤ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਦੇ ਨੇ।
ਅਕਾਲ ਪੁਰਖ ਪਰਮੇਸ਼ਵਰ ਜੀ ਕੇ ਗੁਣਾਂ ਦੀ ਬੰਦਗੀ ਕਰਦੇ ਨੇ, ਉਹਨਾਂ ਭਗਤ ਜਨਾਂ ਨੂੰ ਹਮੇਸ਼ਾ ਹੀ ਸਾਡੀ ਨਮਸਕਾਰ ਹੈ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮਨ ਨਿਰਮਲ ਅਨ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਫਿਰ ਸਤਿਗੁਰੂ ਜੀ ਸ਼ਬਦ ਦੀ ਆਰੰਭਤਾ ਕਰਦੇ। ਪਹਿਲੇ ਪਦੇ ਵਿੱਚ ਜ਼ਿਕਰ ਕੀਤਾ, ਕਹਿੰਦੇ ਆਤਮ ਰਾਮ ਪ੍ਰਗਾਸ। ਆਤਮ ਰਾਮ ਜਿਹੜਾ ਸਭਨਾਂ ਦੇ ਅੰਦਰ ਰਮਿਆ ਹੋਇਆ ਹੈ, ਆਤਮ ਸਵਰੂਪ ਪਰਮੇਸ਼ਵਰ ਪ੍ਰਗਾਸ, ਉਹਦਾ ਚਾਨਣ। ਜੇ ਇਹਨੂੰ ਏਦਾਂ ਕਹਿ ਲਈਏ ਵੀ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਸੋਝੀ, ਰੱਬ ਜੀ ਦੀ ਸੋਝੀ, ਜਾਂ ਅਕਾਲ ਪੁਰਖ ਜੀ ਕੀ ਪ੍ਰਾਪਤੀ ਗੁਰ ਤੇ ਹੋਵੇ, ਗੁਰੂ ਦੇ ਰਾਹੀਂ ਹੁੰਦੀ ਹੈ। ਜਾਂ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਜੋ ਗਿਆਨ ਹੈ, ਉਹਦੇ ਪ੍ਰਤੀ ਚਾਨਣ ਗੁਰੂ ਕਰਦਾ ਹੈ। ਗੁਰੂ ਜੀ ਚਾਨਣ ਬਖਸ਼ਦੇ ਨੇ ਤੇ ਰੱਬ ਦਿਸਦਾ ਹੈ। ਜਿਹਨੂੰ ਆਪਾਂ ਅਕਸਰ ਪੜ੍ਹਦੇ ਗੁਰੂ ਅਰਜਨ ਸਾਹਿਬ ਦੇ ਪਾਵਨ ਬੋਲਾਂ 'ਚ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹੁਣ ਇੱਥੇ ਬੜਾ ਅਦਭੁਤ ਜਿਹਾ ਸਤਿਗੁਰੂ ਜੀ ਜ਼ਿਕਰ ਕਰ ਰਹੇ, ਹਰ ਕਿਰਪਾ ਤੇ। ਇੱਥੇ ਹਰ ਲਫ਼ਜ਼ ਵਰਤਿਆ ਗੁਰੂ ਲਈ, ਸੰਤ ਲਫ਼ਜ਼ ਵਰਤਿਆ ਰੱਬ ਵਾਸਤੇ। ਕਿਉਂਕਿ ਪਹਿਲੋਂ ਕੀ ਹੈ, ਗਿਆਨ ਅੰਜਨ ਗੁਰ ਦੀਆ, ਮੈਨੂੰ ਗਿਆਨ ਦਾ ਸੁਰਮਾ ਗੁਰੂ ਨੇ ਦਿੱਤਾ। ਹੁਣ ਜਦੋਂ ਗੁਰੂ ਨੇ ਸੁਰਮਾ ਦਿੱਤਾ, ਹੁਣ ਹਰ ਕਿਰਪਾ, ਕਿਰਪਾ ਕਿਹਨੇ ਕੀਤੀ ਹੈ? ਗੁਰੂ ਨੇ। ਸੰਤ ਭੇਟਿਆ, ਗੁਰੂ ਦੀ ਕਿਰਪਾ ਸਦਕਾ ਮੈਨੂੰ ਰੱਬ ਮਿਲ ਗਿਆ। ਭੇਟਿਆ ਮਤਲਬ ਭੇਟ ਹੋ ਜਾਣੀ, ਮਿਲ ਜਾਣਾ। ਨਾਨਕ ਮਨ ਪ੍ਰਗਾਸ, ਮਨ ਵਿੱਚ ਚਾਨਣ ਹੀ ਚਾਨਣ ਹੋ ਗਿਆ। ਆਤਮ ਰਾਮ ਪ੍ਰਗਾਸ, ਅੱਜ ਦਾ ਸ਼ਬਦ। ਆਤਮ ਰਾਮ ਦਾ ਜਿਹੜਾ ਪ੍ਰਗਾਸ ਹੈ, ਅਕਾਲ ਪੁਰਖ ਪਰਮੇਸ਼ਵਰ ਜੀ ਦਾ ਜਿਹੜਾ ਚਾਨਣ ਹੈ, ਗੁਰ ਤੇ ਹੋਵੇ। ਗੁਰੂ ਦੇ ਰਾਹੀਂ ਉਹ ਚਾਨਣ ਹੁੰਦਾ, ਜਿਹਨੂੰ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਜਿਹੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਕਿੰਨੇ ਦਿੱਤਾ? ਗੁਰੂ ਨੇ। ਜਿਸ ਅਕਾਲ ਨੂੰ ਅੱਜ ਤੱਕ ਸਿਰਫ ਇਹੀ ਸੁਣਿਆ, ਜਿਵੇਂ ਆਪਾਂ ਅਕਸਰ ਇੱਕ ਬਚਨ ਸਾਂਝਾ ਕਰਦੇ ਹਾਂ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏਂ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਕਿੰਨੇ ਮਿਲਾਪ ਕਰਾਇਆ? ਗੁਰੂ ਨੇ। ਮਤਲਬ ਜੇ ਆਪਾਂ ਇਉਂ ਕਹਿ ਲਈਏ ਨਾ ਵੀ ਪਰਮੇਸ਼ਵਰ ਦਾ ਮਿਲਾਪ ਗੁਰੂ ਦੀ ਕਿਰਪਾ ਸਦਕਾ, ਜਿਵੇਂ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਨ, ਜਾਂ ਸਾਹਿਬ ਜੀ ਬਾਣੀ 'ਚ ਜ਼ਿਕਰ ਕਰਦੇ ਆ, ਆਖਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ। ਇਹ ਸਾਰੀਆਂ ਰਹਿਮਤਾਂ ਗੁਰੂ ਦੀ ਕਿਰਪਾ, ਗੁਰੂ ਕੀ ਬਖਸ਼ਿਸ਼ ਹੈ। ਜੇ ਆਪਾਂ ਇਉਂ ਕਹਿ ਲਈਏ, ਸਾਡੇ ਅਧਿਆਤਮ ਤੌਰ ਉੱਤੇ ਆਤਮ ਰਾਮ ਦਾ ਚਾਨਣ, ਅਕਾਲ ਪੁਰਖ ਪਰਮੇਸ਼ਵਰ ਜੀ ਦਾ ਪ੍ਰਗਾਸ ਵੀ ਗੁਰੂ ਨੇ ਕਰਨਾ, ਤੇ ਇਹਦੇ 'ਚ ਕੋਈ ਅਤ ਕਥਨੀ ਨਹੀਂ। ਕਿਉਂਕਿ ਪਰਮੇਸ਼ਵਰ ਜੀ ਦੇ ਦੀਦਾਰ, ਅਕਾਲ ਪੁਰਖ ਜੀ ਕੇ ਦਰਸ਼ਨ ਸਿਰਫ ਇੱਕ ਗੁਰੂ ਹੈ ਜਿਹੜਾ ਸਾਨੂੰ ਕਰਵਾ ਸਕਦਾ ਹੈ, ਉਹਦੇ ਤੋਂ ਬਿਨਾ ਨਹੀਂ ਕੋਈ। ਕਹਿੰਦੇ ਗੁਰੂ ਦੇ ਰਾਹੀਂ ਅੰਦਰ ਚਾਨਣ ਹੁੰਦਾ। ਕਿਉਂ ਹੁੰਦਾ? ਜੇ ਆਪਾਂ ਇਦਾਂ ਕਹਿ ਲਈਏ ਨਾ, ਹਉਮੈ ਦੀ ਮੈਲ ਕਰਕੇ ਅਸੀਂ ਹਨੇਰੇ ਵਿੱਚ ਗਲਤਾਨ ਹਾਂ, ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਹੰਕਾਰ ਦੀ ਮੈਲ ਨੇ ਇੰਨਾ ਕੁ ਹਨੇਰਾ ਕੀਤਾ ਹੋਇਆ, ਹਉਮੈ ਦੇ ਖੂਹ ਵਿੱਚ ਡਿੱਗਿਆਂ ਨੇ
ਅਸੀਂ ਬਾਹਰੀ ਚਾਨਣ ਤੋਂ ਇਨਕਾਰੀ ਹੋ ਗਏ, ਹਉਮੈ ਦੇ ਖੂਹ ਵਿੱਚ ਡਿੱਗੇ ਹੋਏ। ਜਿਹੜਾ ਖੂਹ 'ਚ ਡਿੱਗ ਗਿਆ ਹੁਣ ਉਹ ਤੇ ਚਾਰ ਦੀਵਾਰੀ ਤੱਕ ਸੀਮਤ ਹੈ ਨਾ ਖੂਹ ਵਿੱਚ। ਜਿਵੇਂ ਬਾਪੂ ਜੀ ਬਾਣੀ 'ਚ ਕਹਿੰਦੇ, ਦਾਦਰ ਤੂੰ ਕਬੇ ਨਾ ਜਾ ਨ ਸਰੇ, ਤੂੰ ਕਦੇ ਵੀ, ਹੇ ਡੱਡੂ ਤੂੰ ਕਦੇ ਵੀ ਇਸ ਗੱਲ ਨੂੰ ਸਮਝ ਨਹੀਂ ਸਕਦਾ। ਰਹਿ ਤੂੰ ਭਾਵੇਂ ਕਮਲ ਦੇ ਫੁੱਲ ਕੋਲ ਰਿਹਾ, ਪਖਸ ਸਿਬਾਸ ਬਸਸ ਨਿਰਮਲ ਜਲ, ਤੂੰ ਜਾਲਾ ਹੀ ਖਾਣਾ, ਤੂੰ ਜੋ ਮਰਜ਼ੀ ਕਰ ਲਾ, ਇਦੋਂ ਅਗਾਂਹ ਦੀ ਤੂੰ ਸੋਚ ਨਹੀਂ ਸਕਦਾ, ਤੇਰਾ ਕੰਮ ਹੀ ਉਹਨਾਂ। ਹੁਣ ਡੱਡੂ ਨੂੰ ਖੂਹ 'ਚ ਸੁੱਟ ਦੋ, ਡੱਡੂ ਕਹਿੰਦਾ ਵੀ ਦੁਨੀਆ ਹੀ ਇੱਥੇ ਵੱਸਦੀ, ਬਾਹਰ ਤੇ ਆਈ ਕੁਛ ਨਹੀਂ, ਕਿਉਂਕਿ ਉਹ ਖੂਹ ਤੱਕ ਸੀਮਤ ਹੋ ਗਿਆ। ਹੁਣ ਜੇ ਉਹਨੂੰ ਖੂਹ 'ਚੋਂ ਬਾਹਰ ਕੱਢਾਂਗੇ ਤੇ ਬਾਹਰ ਆ ਕੇ ਉਹ ਦੁਨੀਆ ਵੇਖੇਗਾ ਨਾ, ਨਹੀਂ ਤੇ ਉਹਦੇ ਲਈ ਤੇ ਖੂਹ ਹੀ ਉਹਦੀ ਦੁਨੀਆ ਬਣ ਜਾਂਦਾ। ਤੇ ਜਿਹੜਾ ਇਨਸਾਨ ਅਹੰਕਾਰ ਦੇ ਖੂਹ 'ਚ ਡਿੱਗ ਪੈਂਦਾ ਨਾ, ਉਹਦੀ ਹਾਲਤ ਉਸ ਡੱਡੂ ਵਰਗੀ ਬਣ ਜਾਂਦੀ ਜਿਹੜਾ ਖੂਹ 'ਚ ਡਿੱਗਾ ਹੋਇਆ। ਜਿਵੇਂ ਡੱਡੂ ਕਹਿੰਦਾ ਵੀ ਦੁਨੀਆ ਖੂਹ ਵਿੱਚ ਹੀ ਹੈ, ਏਦਾਂ ਹੰਕਾਰੀ ਬੰਦਾ ਕਹਿੰਦਾ ਵੀ ਦੁਨੀਆ ਮੇਰੇ ਕਰਕੇ ਹੀ ਹੈ, ਵੀ ਆਪਣੇ ਤੋਂ ਬਿਨਾਂ ਦੁਨੀਆ ਕਿੱਥੇ ਚੱਲਣੀ। ਤੇ ਹੰਕਾਰੀ ਬੰਦਾ ਇਹੀ ਕਹਿੰਦਾ ਨਾ, ਜਿਹੜਾ ਕੰਮ ਹੰਕਾਰੀ ਬੰਦਾ ਕਰ ਉਹ ਕਹਿੰਦਾ ਇਹ ਕੰਮ ਮੇਰੇ ਤੋਂ ਬਿਨਾਂ ਕਰ ਹੀ ਕੋਈ ਨਹੀਂ ਸਕਦਾ। ਜੇ ਮੈਂ ਨਾ ਹੋਵਾਂ ਇਹ ਕੰਮ ਕੌਣ ਕਰੇਗਾ, ਜੇ ਮੈਂ ਇਹ ਨਾ ਕਰਾਂ ਤੇ ਇਹ ਕਰਨ ਵਾਲਾ ਕੋਈ ਹੈ ਨਹੀਂ। ਇਹ ਹੰਕਾਰੀ ਬੰਦੇ ਦੀ ਨਿਸ਼ਾਨੀ ਹੈ। ਤੇ ਸੁਭਾਵਿਕ ਜੀ ਬਾਤ ਹੈ ਵੀ ਜਦੋਂ ਉਹ ਬੰਦਾ ਨਹੀਂ ਸੀ ਉਦੋਂ ਕਿਹੜਾ ਕੰਮ ਨਹੀਂ ਸੀ ਹੁੰਦਾ, ਉਦੋਂ ਵੀ ਹੋ ਰਿਹਾ ਸੀ। ਅੱਜ ਉਹ ਹੈ, ਕੰਮ ਫਿਰ ਵੀ ਚੱਲੀ ਜਾਂਦਾ ਹੈ। ਤੇ ਇਹ ਤੇ ਨਹੀਂ ਵੀ ਕੱਲ ਨੂੰ ਉਹਨੇ ਚਲੇ ਜਾਣਾ ਤੇ ਕੰਮ ਰੁਕ ਜਾਣਗੇ, ਕੰਮ ਫੇਰ ਚੱਲੀ ਜਾਂਦੇ ਨੇ। ਹੰਕਾਰੀ ਬੰਦਾ ਸਿਰਫ ਦਾਵਾ ਕਰਦਾ ਵੀ ਮੈਂ ਕਰਦਾ ਆ, ਪਰ ਉਹ ਕਰਨ ਵਾਲਾ ਨਹੀਂ ਹੈ। ਉਹ ਸਿਰਫ ਇੱਕ ਉਹਦੇ ਮਨ ਅੰਦਰਲਾ ਹਉਮੈ ਦਾ ਇੱਕ ਬੀਜ ਹੈ ਵੀ ਜੇ ਮੈਂ ਨਾ ਕਰਾਂ ਤੇ ਕੋਈ ਵੀ ਨਹੀਂ ਕਰ ਸਕਦਾ। ਪਰ ਨਹੀਂ, ਜੇ ਸੱਜਣਾ ਰੱਬ ਨੇ ਤੈਨੂੰ ਇੱਕ ਜ਼ਰੀਆ ਕਰਮ ਕਰਨ ਦਾ ਬਣਾਇਆ ਨਾ, ਤੇ ਖਿਆਲ ਰੱਖ ਜੇ ਉਹ ਤੈਨੂੰ ਜ਼ਰੀਆ ਬਣਾ ਸਕਦਾ ਤੇ ਹੋਰ ਕਈ ਜ਼ਰੀਏ ਬਣਾਉਣ ਵਾਸਤੇ ਉਹ ਬੈਠਾ। ਜੇ ਤੇਰੇ ਕਰਕੇ ਅੱਜ ਕਰਮ ਚੱਲ ਰਿਹਾ ਤੇ ਕੱਲ ਨੂੰ ਤੇਰੀ ਥਾਂ ਤੇ ਹੋਰ ਵੀ ਆਉਣਗੇ ਜਿਨ੍ਹਾਂ ਕਰਕੇ ਉਹ ਸਾਰਾ ਕਾਰ ਵਿਹਾਰ ਚੱਲੇਗਾ, ਰੁਕ ਨਹੀਂ ਜਾਣਾ। ਪਰ ਮਾਲਕ ਜੀ ਕਹਿੰਦੇ ਵੀ ਹਉਮੈ ਦੀ ਖੂਹ ਵਿੱਚ ਡਿੱਗਾ ਹੋਇਆ ਇਨਸਾਨ ਜਿਹੜਾ ਹੈ ਨਾ, ਉਹਨੂੰ ਇਉਂ ਲੱਗਦਾ ਵੀ ਮੈਂ ਹੀ ਦੁਨੀਆ ਚਲਾ ਰਿਹਾ, ਜਾਂ ਦੁਨੀਆ ਇੰਨੀ ਕੀ ਹੈ ਜਿੰਨੀ ਕੁ ਮੈਂ ਜਾਣਦਾ ਆ, ਇਦੋਂ ਵੱਧ ਕੇ ਸੰਸਾਰ ਨਹੀਂ। ਪਰ ਜੇ ਕਿਤੇ ਜੀਵ ਗੁਰੂ ਦਾ ਸ਼ਬਦ ਪੜ੍ਹ ਲਏ, ਗੁਰੂ ਕੇ ਸ਼ਬਦ ਨੂੰ ਸਮਝ ਲਏ, ਗੁਰੂ ਕੇ ਗਿਆਨ ਨੂੰ ਹਾਸਲ ਕਰੇ, ਗੁਰੂ ਕੇ ਗਿਆਨ ਦੀ ਪ੍ਰਾਪਤੀ ਸਦਕਾ ਕੀ ਹੁੰਦਾ ਹੈ, ਹਉਮੈ ਮੈਲ ਲੱਗੀ, ਜਿਹੜੀ ਹੰਕਾਰ ਦੀ ਮੈਲ ਲੱਗੀ ਹੋਈ ਹੈ, ਜਿਨਨੇ ਹਨੇਰਾ ਕੀਤਾ ਹੋਇਆ ਹੈ, ਗੁਰ ਸ਼ਬਦੀ ਖੋਵੈ, ਗੁਰੂ ਦੇ ਸ਼ਬਦ ਰਾਹੀਂ ਉਹ ਖੋ ਜਾਂਦਾ ਹੈ, ਉਹ ਖਤਮ ਹੋ ਜਾਂਦਾ, ਉਹ ਹਨੇਰਾ ਖਤਮ ਹੋ ਜਾਂਦਾ, ਉਹ ਮੈਲ ਖਤਮ ਹੋ ਜਾਂਦੀ। ਜਦੋਂ ਮੈਲ ਖਤਮ ਹੋ ਗਈ ਸੱਚ ਤੇ ਫੇਰ ਹੀ, ਜਿਵੇਂ ਇੱਕ ਵਸਤਰ ਕੱਪੜਾ ਜਿਹੜਾ ਹੈ ਉਹਨੂੰ ਮੈਲ ਲੱਗੀ ਹੋਵੇ ਤੇ ਉਹਦਾ ਰੰਗ ਵੀ ਪਛਾਣ ਚ ਨਹੀਂ ਆਉਂਦਾ ਵੀ ਇਹਦਾ ਅਸਲ ਰੰਗ ਕਿਹੜਾ ਹੈ। ਜਦੋਂ ਮੈਲ ਲੱਥਦੀ ਹੈ ਤੇ ਫੇਰ ਪਤਾ ਲੱਗਦਾ ਵੀ ਰੰਗ ਕਿਹੜਾ ਕੱਪੜੇ ਦਾ। ਜਦੋਂ ਸਾਫ਼ ਸੁਥਰਾ ਹੋਵੇ ਫਿਰ ਪਤਾ। ਹੁਣ ਮੰਨ ਲਓ ਕੋਈ ਚਿੱਟੇ ਰੰਗ ਦਾ ਵਸਤਰ ਪਾਈ ਫਿਰਦਾ ਹੋਵੇ ਤੇ ਉਹ ਚਿੱਟੇ ਰੰਗ ਦਾ ਵਸਤਰ ਮੈਲ ਨਾਲ ਭਰ ਜਾਓ ਤੇ ਕਾਲਾ ਲੱਗਣ ਲੱਗ ਜਾਂਦਾ। ਹੁਣ ਉਹਦਾ ਅਸਲ ਰੰਗ ਤੇ ਉਦੋਂ ਪਤਾ ਲੱਗੇਗਾ ਨਾ ਜਦੋਂ ਉਹਨੂੰ ਸਾਫ਼ ਤੇ ਸੁਥਰਿਆਂ ਕਰਾਂਗੇ। ਇਸੇ ਤਰ੍ਹਾਂ ਸਾਡਾ ਮਨ ਹੈ ਜਿਹੜਾ ਹੰਕਾਰ ਦੀ ਮੈਲ ਨਾਲ ਭਰ ਚੁੱਕਾ, ਤੇ ਹੰਕਾਰ ਨਾਲ ਭਰਿਆ ਹੋਇਆ ਮਨ ਜਿਹੜਾ ਨਾ ਉਹ ਕਾਲਾ ਹੀ ਮਹਿਸੂਸ ਹੋਣ ਲੱਗ ਜਾਂਦਾ। ਤੇ ਅਸੀਂ ਦਾਵਾ ਕਰਕੇ ਬਹਿ ਜਾਂਦੇ ਹਾਂ ਵੀ ਸਾਡਾ ਸ਼ਾਇਦ ਮਨ ਹੈ ਹੀ ਕਾਲੇ ਰੰਗ ਦਾ, ਪਰ ਉਹ ਕਾਲੇ ਰੰਗ ਦਾ ਨਹੀਂ। ਸਮਝ ਉਦਣ ਲੱਗਦੀ ਹੈ ਜਦੋਂ ਉਹਦੇ ਉੱਤੋਂ ਹੰਕਾਰ ਦੀ ਮੈਲ ਲੱਥਦੀ ਹੈ। ਜਦੋਂ ਹੰਕਾਰ ਦੀ ਮੈਲ ਲੱਥੀ ਫਿਰ ਵਿੱਚੋਂ ਸਾਫ਼ ਸੁਥਰਾ ਮਨ ਨਿਕਲਿਆ, ਫਿਰ ਪਤਾ ਲੱਗਾ ਵੀ ਇਹ ਤੇ ਰਾਮ ਦੀ ਅੰਸ਼ ਹੈ ਭਾਈ, ਇਹ ਤੇ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਹੈ। ਮੈਂ ਅੱਜ ਤੱਕ ਇਹਨੂੰ ਰੱਬ ਤੋਂ ਵੱਖਰਾ ਹੀ ਸਮਝਦਾ ਰਿਹਾ, ਅੱਜ ਤੱਕ ਅਕਾਲ ਪੁਰਖ ਪਰਮੇਸ਼ਵਰ ਜੀ ਤੋਂ ਅਲੱਗ ਸਮਝਦਾ ਰਿਹਾ, ਪਰ ਅਲੱਗ ਨਹੀਂ ਹੈ ਤੇ ਇੱਕੋ ਜਿਹੇ ਤੁਰੇ ਫਿਰਦੇ ਨੇ। ਜਿਵੇਂ ਭੇਡਾਂ ਦੇ ਵੱਗ ਵਿੱਚ ਰਲਿਆ ਹੋਇਆ ਸ਼ੇਰ ਦਾ ਬੱਚਾ, ਉਹ ਵੀ ਭੇਡਾਂ ਵਾਂਗੂ ਭੇਡ ਚਾਲ ਦੇ ਉੱਤੇ ਤੁਰਨ ਲੱਗ ਜਾਂਦਾ ਹੈ, ਪਰ ਜਿੱਦਣ ਉਹਨੂੰ ਸ਼ੇਰ ਦਾ ਸਾਹਮਣਾ ਕਰਨਾ ਪੈਂਦਾ ਉਦਣ ਉਹਨੂੰ ਪਤਾ ਲੱਗਦਾ ਉਹ ਇਹ ਤੇ ਮੈਂ ਇੱਕੋ ਜਿਹੀ ਆ, ਸਾਡੇ 'ਚ ਤੇ ਫਰਕ ਹੀ ਕੋਈ ਨਹੀਂ। ਜਿਨ੍ਹਾਂ ਭੇਡਾਂ ਵਿੱਚ ਰਲ ਕੇ ਮੈਂ ਭੱਜਿਆ ਫਿਰਦਾ, ਮੈਂ ਤੇ ਉਹਨਾਂ ਨੂੰ ਭਜਾਉਣ ਵਾਲਾ ਆ, ਉਹਨਾਂ ਨਾਲ ਰਲ ਕੇ ਭੱਜਣ ਵਾਲਾ ਨਹੀਂ, ਉਹਨਾਂ ਨਾਲ ਰਲ ਕੇ ਦੌੜਨ ਵਾਲਾ ਨਹੀਂ ਆ। ਮੈਂ ਤੇ ਸਗੋਂ ਉਹਨਾਂ ਨੂੰ ਦੜਾਉਣ ਵਾਲਾ। ਮੇਰੀ ਦਹਾੜ ਸੁਣ ਕੇ ਤੇ ਸਾਰੇ ਦੌੜ ਜਾਣ ਵਾਲੇ ਨੇ, ਤੇ ਮੈਂ ਅੱਜ ਤੱਕ ਭੇਡਾਂ 'ਚ ਰਲਿਆ ਹੀ ਤੁਰਿਆ ਫਿਰਦਾ। ਹੁਣ ਜਿੰਨਾ ਚਿਰ ਅਸਲੇ ਨੂੰ ਸਮਝਦੇ ਨਹੀਂ ਉਹਨਾਂ ਚਿਰ ਕੀ ਸਮਝ ਲੱਗੇਗੀ। ਜਿੰਨਾ ਚਿਰ ਅਸੀਂ
ਆਪਣੇ ਮਨ ਉੱਪਰਲੀ ਲੱਗੀ ਮੈਲ ਨੂੰ ਲਾਹ ਨਹੀਂ ਲੈਂਦੇ, ਉਹਨਾਂ ਚਿਰ ਪਤਾ ਕੀ ਲੱਗੇਗਾ ਵੀ ਮਨ ਕਿੱਦਾਂ ਦਾ ਹੈ ਜਾਂ ਅਸਲ ਵਿੱਚ ਸਰੂਪ ਕੀ ਹੈ। ਤੇ ਸਾਹਿਬ ਕਹਿੰਦੇ ਉਹ ਮੈਲ ਲੱਥਦੀ ਗੁਰੂ ਦੇ ਸ਼ਬਦ ਰਾਹੀਂ। ਗੁਰੂ ਦਾ ਸ਼ਬਦ ਮੈਲ ਲਾਉਂਦਾ ਹੈ। ਜਦੋਂ ਮੈਲ ਲੱਥ ਗਈ ਫਿਰ ਕੀ ਹੁੰਦਾ? ਮਨ ਨਿਰਮਲ, ਮਨ ਹੋ ਗਿਆ ਨਿਰਮਲ, ਸਾਫ ਸੁਥਰਾ ਹੋ ਗਿਆ। ਹੁਣ ਜਿਹੜਾ ਮਨ ਸਾਫ ਸੁਥਰਾ ਹੋ ਗਿਆ, ਅੰਨ ਦਿਨ ਭਗਤੀ ਰਾਤਾ, ਉਹ ਦਿਨ ਰਾਤ ਹੁਣ ਭਗਤੀ ਚ ਰਤਿਆ ਰਹਿੰਦਾ। ਔਰ ਭਗਤ ਕਰੇ ਹਰ ਪਾਵਣਿਆ, ਉਹ ਭਗਤੀ ਕਰਦਾ ਕਾਹਦੇ ਲਈ? ਹਰ ਪਾਵਣਿਆ, ਹਰੀ ਪਰਮੇਸ਼ਵਰ ਨੂੰ ਪਾਉਣ ਵਾਸਤੇ। ਜਾਂ ਇਉਂ ਕਹਿ ਲੋ, ਉਹ ਭਗਤੀ ਕਰਦਾ ਕਰਦਾ ਫਿਰ ਜੀਵ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਪਾ ਲੈਂਦਾ ਹੈ। ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਰ ਲਾਏ। ਪੂਰੇ ਭਾਗ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ। ਆਪੇ ਕਰਤਾ ਕਾਰਨ ਕਰਾਏ, ਉਹ ਕਰਤਾ ਬਹੁਤ ਬੇਅੰਤ ਹੈ ਤੇ ਹਰ ਚੀਜ਼ ਦਾ ਕਾਰਨ ਉਹੀ ਹੈ। ਜਿਹਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਜਦੋਂ ਬਾਣੀ 'ਚ ਜ਼ਿਕਰ ਕਰਦੇ ਨਾ, ਤੇ ਮਾਲਕ ਪਾਤਸ਼ਾਹ ਜੀ ਜ਼ਿਕਰ ਕਰਦੇ ਆਖਦੇ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਲ ਸੋਏ। ਜਾਂ ਬਾਪੂ ਜੀ ਜ਼ਿਕਰ ਕਰਦਿਆਂ ਕਹਿੰਦੇ ਕਰਨ ਕਰਾਵਣ ਹਾਰ ਸੁਆਮੀ, ਖੇਲੈ ਬਿਗਸੈ ਅੰਤਰਜਾਮੀ। ਹੁਣ ਉਹ ਅਕਾਲ ਪੁਰਖ ਪਰਮੇਸ਼ਵਰ ਆਪ ਹੀ ਹੈ ਨਾ, ਕਰਦਾ ਵੀ ਆਪ ਹੈ, ਕਰਵਾਉਂਦਾ ਵੀ ਆਪ ਹੈ ਤੇ ਕਾਰਨ ਵੀ ਆਪ ਹੀ ਬਣਦਾ। ਕਾਰਨ ਵੀ ਆਪ, ਕਾਰਕ ਵੀ ਆਪ, ਕਰਨ ਵਾਲਾ ਵੀ ਆਪ ਤੇ ਕਰਦਾ ਵੀ ਆਪ ਹੀ ਹੈ, ਕਾਰਨ ਵੀ ਆਪ ਹੀ ਬਣ ਜਾਂਦਾ। ਅੱਜ ਕਹਿ ਰਹੇ ਸਾਹਿਬ ਜੀ ਆਪੇ ਕਰਤਾ। ਕਰਤਾ ਕੌਣ ਹੁੰਦਾ? ਕਰਨ ਵਾਲਾ, ਉਹ ਆਪ ਹੀ ਹੈ। ਕਾਰਨ ਕਰਾਏ ਤੇ ਕਾਰਨ ਵੀ ਆਪ ਹੀ ਕਰਵਾਉਂਦਾ ਹੈ, ਕੋਈ ਦੂਜਾ ਨਹੀਂ ਹੈ। ਜਿਤ ਭਾਵੈ, ਜਿਸ ਤਰ੍ਹਾਂ ਉਹਨੂੰ ਭਾਉਂਦਾ ਹੈ, ਤਿਤ ਕਾਰੈ ਲਾਏ, ਉਥੇ ਹੀ ਜੀਵਾਂ ਨੂੰ ਉਹ ਲਾ ਲੈਂਦਾ। ਜਿਵੇਂ ਆਪਾਂ ਪੜ੍ਹਦੇ ਹਾਂ ਬਾਣੀ 'ਚ, ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਇਹ ਸਾਰੀਆਂ ਚੀਜ਼ਾਂ ਜਿਵ ਜਿਵ ਹੁਕਮ, ਜਿਵੇਂ ਜਿਵੇਂ ਉਹਦਾ ਹੁਕਮ ਹੈ, ਤਿਵੇਂ ਤਿਵ ਕਾਰ, ਉਵੇਂ ਉਵੇਂ ਜੀਵ ਕਾਰ ਕਰ ਰਹੇ। ਵੇਖੈ ਵਿਗਸੈ, ਉਹ ਪਰਮੇਸ਼ਵਰ ਜੀ ਵੇਖਦੇ ਨੇ, ਵਿਗਾਸ ਵਿੱਚ ਨੇ। ਫਿਰ ਕਰ ਵਿਚਾਰ, ਨਾਨਕ ਹੈ ਨਾਨਕ ਜੀ ਉਹ ਕਥਨਾ ਕਰੜਾ ਸਾਰ, ਉਹਨੂੰ ਕਥਨਾ ਬਹੁਤ ਕਠਿਨ ਹੈ। ਉਹਦੀ ਰਹਿਮਤ ਨੂੰ ਕਥਨਾ ਬੜਾ ਔਖਾ, ਉਹਨੂੰ ਬਿਆਨ ਕਰਨਾ ਬੜਾ ਕਰੜਾ ਸਾਰ, ਕਰੜੇ ਲੋਹੇ ਵਰਗਾ। ਮਤਲਬ ਉਹਨੂੰ ਅਸੀਂ ਕਿਸੇ ਵੀ ਪ੍ਰਕਾਰ ਬਿਆਨ ਨਹੀਂ ਕਰ ਸਕਦੇ। ਜਿੰਨਾ ਮਰਜ਼ੀ ਇੱਥੇ ਗੱਲ ਕਰਮਖੰਡ ਦੀ ਕਰ ਰਹੇ ਨਾ, ਸਤਿਗੁਰੂ ਬਖਸ਼ਿਸ਼ ਦੀ ਕਰ ਰਹੇ। ਹੁਣ ਉਹਦੀ ਬਖਸ਼ਿਸ਼ ਅਸੀਂ ਕਿਵੇਂ ਕਥਾਂਗੇ? ਉਹਦੀ ਰਹਿਮਤ ਨੂੰ ਅਸੀਂ ਕਿਵੇਂ ਬਿਆਨ ਕਰਾਂਗੇ? ਉਹ ਤੇ ਹੈ ਹੀ ਬੜਾ ਔਖਾ, ਬੜਾ ਕਠਿਨ ਕਰਮ ਹੈ ਉਹਦੀ ਬਖਸ਼ਿਸ਼ ਨੂੰ ਬਿਆਨ ਕਰਨਾ। ਬਸ ਇਹ ਤੇ ਇਉਂ ਕਹਿ ਲਓ ਵੀ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ ਉਹ ਹੀ ਜਾਣਦਾ ਵੀ ਰੱਬ ਦੀਆਂ ਬਖਸ਼ਿਸ਼ਾਂ ਕਿੱਡਾ ਕੁ ਖਜ਼ਾਨਾ। ਜਿਹਦੇ ਕੋਲ ਖਜ਼ਾਨਾ ਹੈ ਉਹ ਜਾਣਦਾ ਵੀ ਖਜ਼ਾਨਾ ਕਿੱਡਾ ਕੁ ਵੱਡਾ ਹੈ। ਜਿੰਨੇ ਅਜੇ ਤੱਕ ਸੁਣਿਆ ਹੀ ਹੈ ਵੀ ਖਜ਼ਾਨਾ ਹੁੰਦਾ ਹੈ, ਉਹਨੂੰ ਕੀ ਪਤਾ ਵੀ ਖਜ਼ਾਨੇ 'ਚ ਕੀ ਕੁਛ ਹੁੰਦਾ ਕੀ ਨਹੀਂ। ਉਹ ਤੇ ਆਪਣੇ ਅੰਦਾਜ਼ੇ ਲਾਉਣ ਵਾਲਾ ਵੀ ਇਹ ਵੀ ਕੁਝ ਖਜ਼ਾਨੇ 'ਚ ਮਿਲ ਜਾਂਦਾ ਹੈ, ਇਹ ਵੀ ਕੁਝ ਖਜ਼ਾਨੇ 'ਚ ਪ੍ਰਾਪਤ ਹੋ। ਤੇ ਜਿੰਨੇ ਆਪਣੀਆਂ ਅੱਖਾਂ ਨਾਲ ਖਜ਼ਾਨਾ ਵੇਖ ਲਿਆ ਉਹ ਅੰਦਾਜ਼ੇ ਨਹੀਂ ਲਾਉਂਦਾ, ਉਹ ਡਾਇਰੈਕਟ ਗੱਲ ਕਰਦਾ ਵੀ ਭਾਈ ਆਹ ਕੁਛ ਹੈ ਖਜ਼ਾਨੇ ਦੇ ਵਿੱਚ, ਉਹਨੂੰ ਪਤਾ। ਹੁਣ ਜਿੰਨੇ ਨਹੀਂ ਵੇਖਿਆ, ਜਿਹੜਾ ਅਕਾਲ ਦੀ ਰਹਿਮਤ ਦਾ ਪਾਤਰ ਬਣ ਗਿਆ, ਉਹ ਜਾਣਦਾ ਰੱਬ ਦੀ ਬਖਸ਼ਿਸ਼ ਕੀ ਹੈ, ਉਹ ਬਿਆਨ ਨਹੀਂ ਕਰ ਸਕਦਾ। ਤੇ ਜਿੰਨੇ ਨਹੀਂ ਜਾਣਿਆ ਉਹ ਅੰਦਾਜ਼ੇ ਲਾਉਂਦਾ ਵੀ ਰੱਬ ਰਹਿਮਤ ਕਰਦਾ, ਕੁਛ ਹੋ ਜਾਂਦਾ, ਰੱਬ ਰਹਿਮਤ ਕਰਦਾ, ਪਰ ਬਿਆਨ ਕਦੇ ਨਹੀਂ ਕੀਤਾ ਜਾ ਸਕਦਾ। ਤੇ ਸਾਹਿਬ ਜੀ ਕਹਿੰਦੇ ਜਿਤ ਭਾਵੈ, ਜਿਵੇਂ ਉਹਨੂੰ ਭਾਵੇ ਤਿਤ ਕਾਰੈ ਲਾਏ, ਉਵੇਂ ਉਹ ਜੀਵਾਂ ਨੂੰ ਕਾਰ ਲਾ ਦਿੰਦਾ ਹੈ। ਪੂਰੇ ਭਾਗ,
ਚੰਗੇ ਭਾਗਾਂ ਦੇ ਸਦਕਾ ਗੁਰ ਸੇਵਾ ਹੋਵੇ, ਜੀਵ ਗੁਰੂ ਸੇਵਾ ਵਿੱਚ ਜੁੜਦਾ ਔਰ ਗੁਰ ਸੇਵਾ ਤੇ ਸੁਖ ਪਾਵਣੇ ਆ। ਗੁਰੂ ਕੀ ਸੇਵਾ ਹੀ ਹੈ ਜਿਹੜੀ ਜੀਵ ਨੂੰ ਸੁਖ ਬਖਸ਼ਦੀ ਹੈ, ਜਾਂ ਇਦਾਂ ਕਹਿ ਲਈਏ ਗੁਰੂ ਸੇਵਾ ਤੋਂ ਹੀ ਜੀਵ ਸੁਖ ਪਾਉਂਦਾ ਹੈ। ਗੁਰੂ ਸੇਵਾ ਦੇ ਰਾਹੀਂ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਜੇ ਸਹਜ ਸਮਾਵਣਿਆ। ਫਿਰ ਮਾਲਕ ਜੀ ਤੀਸਰੇ ਪਦੇ ਚ ਜ਼ਿਕਰ ਕਰਦੇ, ਮਰ ਮਰ ਜੀਵੈ ਤਾਂ ਕਿਛ ਪਾਏ। ਹੁਣ ਬੰਦੇ ਨੂੰ ਕਹੋ ਹਮ ਮਰ ਜਾ, ਤੇ ਸਹਿਜ ਸੁਭਾਅ ਕਹੇਗਾ ਵੀ ਲੈ ਭਾਈ ਇੱਕ ਤੇ ਜ਼ਿੰਦਗੀ ਮਿਲੀ, ਇਹਨੂੰ ਐਵੇਂ ਮਾਰ ਲਾਂ ਮੈਂ। ਨਹੀਂ, ਮਰਨਾ ਨਹੀਂ, ਜ਼ਿੰਦਗੀ ਜਿਉਣੀ ਹੈ। ਔਰ ਇਹਦੇ ਚ ਕੋਈ ਦੋ ਰਾਵਾ ਨਹੀਂ। ਅਕਾਲ ਪੁਰਖ ਜੀ ਨੇ ਜ਼ਿੰਦਗੀ ਦਿੱਤੀ ਹੈ, ਪਰਮੇਸ਼ਵਰ ਨੇ ਜੀਵਨ ਦਿੱਤਾ, ਜਿਉਣ ਵਾਸਤੇ ਦਿੱਤਾ। ਤੇ ਅਸੀਂ ਮੂਰਖਤਾਈ ਵਸ ਹੋਏ ਆਪਣੇ ਜੀਵਨ ਦੀ ਰੌ ਨੂੰ ਕਈ ਵਾਰ ਇਹ ਸੋਚ ਲੈਂਦੇ ਆ ਵੀ ਮੁਕਾ ਦਿਆਂ, ਤੇ ਕਈ ਵਾਰ ਜੀਵ ਇਸ ਤਰ੍ਹਾਂ ਕਰਦੇ ਵੀ ਨੇ। ਆਪਾਂ ਆਸ-ਪਾਸ ਵੇਖਦੇ ਹੀ ਆ ਨਾ, ਮੂਰਖਤਾਈ ਵਸ ਹੋਏ ਆਪਣੇ ਜੀਵਨ ਦੀ ਰੌ ਨੂੰ ਖਤਮ ਵੀ ਕਰ ਜਾਂਦੇ। ਪਰ ਨਹੀਂ, ਪਰਮੇਸ਼ਵਰ ਨੇ ਜੀਵਨ ਬਖਸ਼ਿਆ, ਜਿਉਣ ਵਾਸਤੇ ਬਖਸ਼ਿਆ, ਚੜ੍ਹਦੀ ਕਲਾ ਨਾਲ ਜਿਉਣ ਵਾਸਤੇ ਬਖਸ਼ਿਆ। ਇੱਕ ਖਿਆਲ ਰੱਖੋ, ਗੁਰੂ ਦੇ ਆਧਾਰ ਉੱਤੇ ਜਿਉਣ ਵਾਲਾ, ਗੁਰਬਾਣੀ ਦੇ ਆਸਰੇ ਤੇ ਜਿਉਣ ਵਾਲਾ ਕਦੇ ਢਹਿੰਦੀ ਕਲਾ 'ਚ ਨਹੀਂ ਜਾਂਦਾ, ਉਹ ਸਦਾ ਚੜ੍ਹਦੀ ਕਲਾ 'ਚ ਰਹਿੰਦਾ। ਕਦੇ ਇਤਿਹਾਸ ਆਪਾਂ ਜਦੋਂ ਵਿਚਾਰਦੇ ਹਾਂ, ਪੜ੍ਹਦੇ ਹਾਂ, ਸਾਡੀ ਸੋਚ ਕਿੱਥੇ ਕੁ ਤੱਕ ਸੀਮਤ। ਮੇਰੇ ਕੋਲ ਧਨ ਨਹੀਂ ਜਾਂ ਮੈਨੂੰ ਘਾਟਾ ਪੈ ਗਿਆ, ਤੇ ਸਾਡੀ ਸੋਚ ਕੀ ਕਹਿੰਦੀ, ਮਰ ਜਾ, ਹੁਣ ਜ਼ਿੰਦਗੀ 'ਚ ਕੀ ਕਰਨਾ, ਤੇ ਬੰਦਾ ਫਾਇਆ ਲੈ ਕੇ ਮਰ ਜਾਂਦਾ। ਸਿਰਫ 4 ਰੁਪਈਏ ਚੰਦ ਟਕੇ ਕੋਲੋਂ ਜਾਣ ਤੇ ਘਾਟਾ ਪੈਣ ਦੇ ਉੱਤੇ ਇਨਸਾਨ ਕਹਿੰਦਾ ਵੀ ਜੀਵਨ ਰੌ ਸਮਾਪਤ ਕਰ ਦਿਓ। ਜਾਂ ਪਰਿਵਾਰ ਦੇ ਵਿੱਚ ਕੋਈ ਐਸੇ ਹਾਲਾਤ ਬਣ ਜਾਣ, ਪਰਿਵਾਰ ਦੇ ਹਾਲਾਤਾਂ ਤੋਂ ਤੰਗ ਹੋਇਆ ਇਨਸਾਨ ਆਪਣੇ ਜੀਵਨ ਰਾਹ ਨੂੰ ਸਮਾਪਤ ਕਰ ਜਾਂਦਾ, ਪੂਰਿਆਂ ਕਰ ਜਾਂਦਾ, ਵੀ ਕੀ ਲੋੜ ਹੈ ਜ਼ਿੰਦਗੀ ਜਿਉਣ ਦੀ। ਇਹ ਹਾਲਾਤ ਜਿਹੜੇ ਨੇ ਨਾ, ਇਹ ਸਾਡੀ ਢਹਿੰਦੀ ਕਲਾ ਦੇ ਪ੍ਰਤੀਕ ਬਣ ਜਾਂਦੇ। ਫਿਰ ਜਿਹਨੂੰ ਆਪਾਂ ਕਹਿ ਲਈਏ ਵੀ ਜਿਹੜਾ ਬੰਦਾ ਇਹ ਸੋਚ ਰੱਖਦਾ ਹੈ ਨਾ ਵੀ ਮੈਂ ਮਰ ਜਾਣਾ, ਉਹ ਢਹਿੰਦੀ ਕਲਾ ਦਾ ਹੀ ਪ੍ਰਤੀਕ ਹੈ। ਚੜ੍ਹਦੀ ਕਲਾ ਕੀ ਕਹਿੰਦੀ ਹੈ? ਚੜ੍ਹਦੀ ਕਲਾ ਕਹਿੰਦੀ ਵੀ ਜੰਗਲਾਂ 'ਚ ਵੀ ਰਹਿ ਲਾਂਗੇ, ਪਰ ਕਦੇ ਸਾਡੀ ਜ਼ੁਬਾਨ ਤੇ ਇਹ ਨਹੀਂ ਆਏਗਾ ਵੀ ਮੈਂ ਮਰਨਾ ਹੈ। ਚੜ੍ਹਦੀ ਕਲਾ ਕਹਿੰਦੀ ਘੋੜਿਆਂ ਦੀ ਕਾਠੀਆਂ ਤੇ ਵੀ ਸੌਂ ਜਾਾਂਗੇ, ਪਰ ਕਦੇ ਸਾਡੀ ਜ਼ੁਬਾਨ ਇਹ ਨਹੀਂ ਆਖੇਗੀ ਵੀ ਮੈਂ ਆਪਣਾ ਘਾਣ ਕਰਨਾ, ਜੀਵਨ ਦੀ ਰੌ ਸਮਾਪਤ ਕਰ। ਹਾਂ, ਉਹਨਾਂ ਦੀ ਰਸਨਾ ਤੇ ਇਹ ਲਫ਼ਜ਼ ਜ਼ਰੂਰ ਹੈ ਕਿ ਆਪਣਾ ਆਪਾਂ ਗੁਰੂ ਤੋਂ ਕੁਰਬਾਨ ਕਰਕੇ ਜਾਵਾਂਗੇ, ਆਪਣਾ ਆਪਾਂ ਚੜ੍ਹਦੀ ਕਲਾ ਨਾਲ ਜਿਉਂ ਕੇ ਜਾਵਾਂਗੇ। ਜਿੰਨੇ ਸਵਾਸ ਰੱਬ ਨੇ ਦਿੱਤੇ ਨੇ ਉਹ ਚੜ੍ਹਦੀ ਕਲਾ 'ਚ ਬਤੀਤ ਕਰਕੇ ਜਾਵਾਂਗੇ, ਢਹਿੰਦੀ ਕਲਾ 'ਚ ਨਹੀਂ ਅਸੀਂ ਜਾਣਾ। ਮਰਾਂਗੇ ਪਰ ਚੰਗੀ ਮੌਤ ਮਰਾਂਗੇ, ਮਰਾਂਗੇ ਇੱਜ਼ਤ ਵਾਲੀ ਮੌਤ ਮਰਾਂਗੇ, ਮਰਾਂਗੇ ਜੰਗ ਦੇ ਮੈਦਾਨ 'ਚ ਜੂਝਦਿਆਂ ਫਕਰ ਵਾਲੀ ਮੌਤ ਮਰਾਂਗੇ। ਕਾਇਰਤਾ ਵਾਲੀ ਮੌਤ ਮਰਨਾ ਸਾਨੂੰ ਪਸੰਦ ਨਹੀਂ। ਆ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਤੇ ਜੰਗਲਾਂ ਦੇ ਵਿੱਚ ਰਹਿ ਕੇ ਹੁਣ ਕੋਲੇ ਕੀ ਹੈ? ਜਿਹੜਾ ਬੰਦਾ ਜੰਗਲ ਵਿੱਚ ਬੈਠਾ, ਜਿਹਨੂੰ ਪਤਾ ਵੀ ਕਿਹੜੇ ਵੇਲੇ ਪਤਾ ਨਹੀਂ ਕਿੱਧਰੋਂ ਫੌਜ ਨੇ ਚੜ੍ਹ ਕੇ ਆ ਜਾਣਾ, ਤੇ ਹੋ ਸਕਦਾ ਇੱਥੇ ਜੰਗਲ ਵਿੱਚ ਹੀ ਮਰਨਾ ਪੈ ਜਾਏ, ਸ਼ਹੀਦੀ ਜਾਮ ਪੀਣਾ ਪੈ ਜਾਏ, ਉਹਦੇ ਕੋਲ 4 ਟਕੇ ਹੋਣਗੇ। ਜੇ ਅਗਲੇ ਕੋਲ 4 ਟਕੇ ਹੋਣ ਤੇ ਅਗਲਾ ਘੋੜੇ ਦੀ ਕਾਠੀ ਤੇ ਸੌਂਦਾ ਨਹੀਂ। ਹੁਣ ਉਹ ਜੰਗਲਾਂ ਵਿੱਚ ਬੈਠੇ ਘੋੜਿਆਂ ਦੀਆਂ ਕਾਠੀਆਂ ਤੇ ਸੁੱਤੇ, ਭੋਜਨ ਮਿਲ ਗਿਆ ਤੇ ਛਕ ਲਿਆ, ਨਾ ਮਿਲਿਆ ਤੇ ਤਾਂ ਵੀ ਕੋਈ ਨਹੀਂ। ਟੱਬਰ ਦਾ ਜੀ ਕੱਲਾ ਕੱਲਾ ਕਿੱਥੇ ਹੈ ਕਿੱਥੇ ਨਹੀਂ ਕੋਈ ਪਤਾ ਨਹੀਂ, ਪਰ ਚਿਹਰਿਆਂ ਉੱਤੇ ਮੁਸਕਰਾਹਟ, ਜੀਵਨ ਵਿੱਚ ਚੜ੍ਹਦੀ ਕਲਾ। ਇਹਦਾ ਕਾਰਨ ਕੀ ਹੈ?
गुरबाणी आधार है, गुरबाणी आसरा। ये चढ़दी कला का प्रतीक है भी असी मायूस नहीं होए, असी सदैव चढ़दी कला च रहे। पर अज दा इंसान मन विचों गुरबाणी दा आधार गवाच गया, मन विचों गुरबाणी दा आसरा चले गया। चंद रुपइयां दा घाटा पैंदा मरण नूं तैयार, टब्बर विचों किसी जीव तो विछोड़ा पै जाए मरण नूं तैयार, जे किते कोई हालात घर दे ऐसे बन जाण मरण नूं तैयार। कई वारी ते मर भी जांदा है। ये ढैंदी कला कारण है गुरबाणी दा आधार ना होना। ते जे गुरबाणी दा आधार हुंदा ते फिर हर वेले चढ़दी कला च रहिंदा ते रब अगे अरदास हुंदी, अरजोई हुंदी कि परमेश्वर जीओ तुसीं आधार देना है, तुसीं आसरा देना। ते अज दी जरूरत है, समय दी लोड़ है, क्योंकि अज दे मनुख कोल धीरज नहीं रहा, अज दे मनुख कोल सबर नहीं रहा, अज दी नौजवान पीढ़ी कोल सबर नहीं रहा। और वो नौजवान पीढ़ी दे कोल सबर ना होने दा कारण ये सारा कुछ साडे सामने आ रहा। ते सबर उदण नहीं आएगा, धीरज उदण नहीं आएगा जिदन गुरबाणी दा आधार होएगा, गुरबाणी दा आसरा होएगा। क्योंकि हालात बड़े नाजुक दिन ब दिन बनते जाते। जे किते किसी नूं अपनी जुबान तो कुछ कह दिओ वो मरन नूं तैयार हो जाता, परिवार ने किते किसी गल्लों रोक दिता, झिड़क दिता तां औलाद मरन नूं तैयार है। ये साडे जीवनां दी कमजोरी है। कारण क्योंकि असी ना ते अपने जीवन विच गुरबाणी जिहड़ी ओदा आधार लै सके, ना ही अपनी औलाद नूं गुरबाणी दा आधार दे सके। ते जे किते अपने जीवन विच गुरबाणी दा आसरा हुंदा, औलाद नूं जीवन दे अंदर गुरबाणी दा आधार दिता हुंदा, ते ख्याल करियो कदे सानू समाज विच इह वेखण नूं नहीं सी मिलना कि मां बाप ने किसी गल्लों रोकिया ते बच्चा जिहड़ा ओ फाया लैके अपनी जीवन रौ नूं समाप्त कर गया। कारण की है? कदे असीं सोचिया नहीं, समझिया नहीं। सतगुरु जी ने अज बड़ा प्यारा जिक्र किया। मल कहंदे मर मर जीवै, मर मर के जिउणा पैंदा कुछ हासिल करन वास्ते। जिहड़ा तशद्दद चलदा है निखर के भी ओही कुछ बनदा, ते जिहड़ा तशद्ददां तो डर जाए चेता रखियो ओ कदे सवरिया नहीं करदे, ओ कदे कुछ बनिया नहीं करदे। महलां दा शिंगार बनन वास्ते मूर्ति नूं भी अपना आपा शैणी ते हथौड़े नाल सारे दा सारा तड़वाउणा पैंदा। फिर एक पत्थर मूर्ति दे आकार विच बनदा, फिर वो महिलां दा शिंगार बनदा। ते जे वो पत्थर ही आखे उस शैणी और हथौड़े वाले कारीगर नूं भी सजना ना तकलीफ बहुत है, दर्द बहुत है, ते वो भी कहेगा भी फिर मर्जी तेरी भाई, जे तेनू तकलीफ है ते शौक मैनू भी कोई नहीं, सारा दिन हथौड़ी ते शैणी चलाउण दा। तू अपने राह ते मैं अपने राह, तू अपना वेख ते मैं अपना वेखदा। जे तू नहीं ते मैं कोई होर पत्थर लभ के ओनू सवार लांगा। पर जे तू मेरी मार सह सकदा है ते फिर ख्याल रख एक दिन आएगा जिदन महिलां दा शिंगार बनेगा। जेड़ा जीव तशद्दद चल लैंदा, जेड़ा जीव दुख दा समा अपने तन ते हंडा लैंदा ना, ख्याल करियो निखर के समाज विच आउंदा भी ओही है। ते जिन्नू दुख विच कोई अपना आपा सामभना ना आया, जिहड़ा दुख वेख के अपने जीवन दी रौ ही मुका गया, उन्हें समाज विच की बनना किसे लई। आइडल ओही बनिया करदे ने जिहड़े दुख सह के समाज नू कुछ दिंदे ने, ते जिहड़े आप ही दुखों तो डर गए अपनी जीवन की रौ नूं ही संपूर्ण करके मुका गए, उन्होंने समाज नूं की राह देना या उन्होंने समाज लई की चानण मुनारा बन जाना। चानण मुनारा हमेशा वो बनिया करदे जिहड़े दुखां सामने डट के खड़ो जांदे ने, तकलीफ सामने डट के खड़ो जांदे, ते जिहड़े दुखां सामने अपना आपा निवाजन वो कदे चानण मुनारा नहीं बनिया करदे। खैर मालिक जी कहंदे मर मर जीवे, पहलों मर मर के जियो, जिन्हों सतगुरु कहंदे शब्द मरो फिर जीवो सदगी, तां फिर मरण ना होई। पहलों तैयार ते होइए असीं अपना आपा मारन नूं, अपना आपा शब्द राही मारना।